गुरशरण सिंह ने लिखिया है। कोटान कोट धन्नवाद गुरु जी, तुहाडे बचन अनमोल हन जी। परंतु जद भी दुख उदासी रोग आउंदा है, टहिंदियां कलां दे विचार आउंदे हन, स्वीकार भाव भुल जांदा है ते मनमुखां वाला जीवन हो जांदा है। इस असफलता तो असीं किवें बच के उपदेश मुताबक दुख सुख सम करके जीवन सफल कर सकते हाँ। प्यारे गुरु जी किरपा करो जी। दुख सुख सम करने नहीं हन, इहो ही भुल ज़्यादातर धार्मिक लोग कर रहे हैं। दुख सुख सम ही हन, जिन्हां ने दुख सुख तो पार हो के देखिया सी ना, ते उन्हां ने जानिया सी भी दुख सुख सामे ही हैं। उन्हां वास्ते निंदा उस्तत भी सम होगी, मान अपमान भी सम हो गए। तो दुख सुख नूं सम नहीं करना है, दुख सुख तू निर्लेप होना है। फिर जिहड़ा निर्लेप हो जाता है ना, वो कहता है दुख सुख जह परसै नहीं, लोभ मोह अभिमान, कहो नानक सुन रे मना, सो मूरत भगवान। जिन्हों दुख सुख पौंदा नहीं है, स्पर्श नहीं करता है, वह परमात्मा की मूरत है। ऐसा भी क्या है ना, दुख तो सुख तह व्यापत नहीं, जह आत्म राम प्रगास। जिथे वो प्रकाश हुंदा है उत्थे दुख सुख नहीं हुंदा है, ते जिथे संसार दा प्रकाश है, भाव कि संसारिक ज्ञान है, उत्थे दुख सुख है। फिर दुख सुख तो मुक्त होण तो पहला हरख सोग तो मुक्त होना पवेगा। हरख सोग जाकै नहीं बैरी मीत समान, कहो नानक सुन रे मना, मुक्त तय ताहे तय जान। दुख सुख शरीर दा विषे हन, ते हरख सोग मन दे विषे हन। भाव खुशी ते गमी, ते गमी तू तो निर्लेप सारे ही होना चाहते हैं, शोक तू कह ले दुख तू, पर पहला खुशी तू जेड़ा निर्लेप होवेगा, उहदी ही यात्रा शुरू होवेगी अध्यात्म दी। यह गल ख्याल विच रखण योग है। जिवें कहंदे ने एक नुकते ते गल मुकदी है, यह नुकता है भी जेड़ा खुशी तो निर्लेप होवेगा, ओहो ही गमी तो ही निर्लेप होवेगा। फिर गम कित्थे रह जावेगा। जेड़ा सुख तो निर्लेप हो जावेगा, दुख तो भी हो जावेगा, फिर दुख किवें होवेगा। ते अध्यात्म दी यात्रा इत्थों ही शुरू हुंदी है। यह गल ख्याल विच रखण योग है। जिवें आ थल्ले पवन कुमार ने भी लिखिया है भी तुसीं कहंदे हो भी संसार चों कोई तृप्त नहीं हो सकदा, ते तुसीं ये भी कहा है भी गौतम बुद्ध संसार च तृप्त हो गए सन, इस करके उन्होंने संसार छड्डिया सी। वो सुखां चों तृप्त हो गए सन, सुख दी उन्होंने वासना छड्ड दित्ती।
ਸੰਸਾਰ ਦੇ ਵਿੱਚ ਸੁੱਖ ਭੋਗ ਭੋਗ ਕੇ ਉਹਨਾਂ ਨੇ ਜਾਣ ਲਿਆ ਵੀ ਸੰਸਾਰ 'ਚ ਵਾਸਤਵਿਕ ਸੁੱਖ ਨਹੀਂ ਮਿਲ ਸਕਦਾ, ਆਤਮਿਕ ਸੁੱਖ ਜਿਹਨੂੰ ਕਹਿੰਦੇ ਹਨ, ਜਾਣ ਲਿਆ ਅਤੇ ਸੁੱਖ ਦੀ ਵਾਸ਼ਨਾ ਖਤਮ ਹੋ ਗਈ। ਅਤੇ ਸੁੱਖ ਦਾ ਤਿਆਗ ਹੀ ਸੰਸਾਰ ਦਾ ਤਿਆਗ ਹੈ, ਇਹ ਵੀ ਖਿਆਲ ਵਿੱਚ ਰੱਖਣ ਯੋਗ ਹੈ। ਸੰਸਾਰ ਦਾ ਤਿਆਗ ਹੋਰ ਕੀ ਹੈ? ਸੁੱਖ ਦੀ ਵਾਸ਼ਨਾ ਤਿਆਗ, ਸੁੱਖਾਂ ਦੀ ਚਾਹ ਦਾ ਤਿਆਗ। ਅਤੇ ਜਿਹੜੇ ਸੰਸਾਰ ਨੂੰ ਛੱਡਦੇ ਹਨ ਦੁੱਖਾਂ ਦੇ ਕਾਰਨ, ਵੀ ਸੰਸਾਰ ਦੇ ਵਿੱਚ ਬੜਾ ਦੁੱਖ ਹੈ, ਬੜਾ ਕਲੇਸ਼ ਹੈ, ਬੜੀ ਬਿਪਤਾ ਹੈ, ਚਲੋ ਛੱਡ ਛਡਾ ਕੇ ਨੱਠ ਜਾਓ, ਉਸ ਸੰਸਾਰ ਵਿੱਚ ਉਹ ਗਏ ਹੀ ਨਹੀਂ, ਕਿਉਂਕਿ ਉਹ ਸੰਸਾਰ ਦੀ ਜਿਹੜੀ ਮੂਲ ਵਾਸ਼ਨਾ ਹੈ ਨਾ ਸੁੱਖ, ਉਹਨੂੰ ਨਾਲ ਲੈ ਕੇ ਹੀ ਚਲੇ ਗਏ। ਉਹ ਭਾਵੇਂ ਜਿੱਥੇ ਮਰਜ਼ੀ ਜਾਣ, ਉਹ ਸੰਸਾਰੀ ਹਨ, ਕਿਉਂਕਿ ਉਹ ਸੰਸਾਰ ਦੇ ਵਿੱਚੋਂ ਨਿਕਲੇ ਹੀ ਸੁੱਖ ਦੀ ਵਾਸ਼ਨਾ ਕਰਕੇ ਹਨ। ਵੀ ਸੰਸਾਰ 'ਚ ਨਹੀਂ ਮਿਲਿਆ ਹੈ ਅਤੇ ਹੋਰ ਕਿਤੇ ਸੁੱਖ ਮਿਲੂਗਾ। ਅਤੇ ਜਿਹੜਾ ਸੁੱਖ ਦੀ ਭਾਲ ਕਰ ਰਿਹਾ ਹੈ ਉਹ ਸੰਸਾਰੀ ਹੈ। ਉਹ ਭਾਵੇਂ ਅੰਦਰਲਾ ਸੁੱਖ ਚਾਹ ਰਿਹਾ ਹੋਵੇ, ਸ਼ਾਂਤੀ ਦਾ ਸੁੱਖ ਚਾਹ ਰਿਹਾ ਹੋਵੇ। ਕਈ ਚਾਹੁੰਦੇ ਹਨ ਵੀ ਅੰਦਰ ਬੜਾ ਸੁੱਖ ਮਿਲਦਾ ਹੈ, ਜਾਂ ਅੱਗੇ ਸਵਰਗ ਦਾ ਸੁੱਖ, ਪਰਲੋਕ ਦਾ ਸੁੱਖ, ਮੋਕਸ਼ ਦਾ ਸੁੱਖ ਚਾਹੁੰਦਾ ਹੋਵੇ। ਚਾਹਤ ਤੇ ਸੁੱਖਾਂ ਦੀ ਹੈ ਨਾ, ਅਤੇ ਉਹ ਸੰਸਾਰੀ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਫਿਰ ਸੁੱਖ ਮੰਗਤ ਦੁੱਖ ਆਗ ਲਿਆਵੇ। ਜਿੰਨਾ ਸੁੱਖ ਮੰਗਦਾ ਹੈ ਕੋਈ, ਚਾਹੁੰਦਾ ਹੈ, ਉਸੇ ਹੀ ਮਾਤਰਾ ਦੇ ਵਿੱਚ ਦੁੱਖ ਵੀ ਮਿਲਦਾ ਹੈ। ਮਾਤਰਾ ਉਹੋ ਹੀ ਹੋਵੇਗੀ। ਜਿੱਡਾ ਵੱਡਾ ਤੁਸੀਂ ਸੁੱਖ ਚਾਹੋਗੇ ਨਾ, ਉਸੇ ਹੀ ਮਾਤਰਾ ਦੇ ਵਿੱਚ ਦੁੱਖ ਵੀ ਪਿੱਛੇ ਆਉਂਦਾ ਹੈ। ਸੁੱਖ ਮੰਗਤ ਦੁੱਖ ਆਗ ਲਾਵੇ, ਸੋ ਸੁੱਖ ਹਮਹੁ ਨਾ ਮੰਗਿਆ ਪਾਵੇ। ਉਹਨਾਂ ਨੇ ਛੱਡ ਦਿੱਤੇ ਸੰਸਾਰੇ ਸੁੱਖ, ਮੰਗਣੇ ਹੀ ਛੱਡ ਦਿੱਤੇ, ਚਾਹ ਹੀ ਸੁੱਖਾਂ ਦੀ ਛੱਡ ਦਿੱਤੀ ਸੀ। ਅਤੇ ਜਿਹੜਾ ਸੁੱਖਾਂ ਦੀ ਚਾਹ ਛੱਡਦਾ ਹੈ ਨਾ, ਉਹ ਹੀ ਅਧਿਆਤਮ ਦੀ ਯਾਤਰਾ ਸ਼ੁਰੂ ਕਰਦਾ ਹੈ। ਇਹ ਗੱਲ ਖਿਆਲ ਵਿੱਚ ਰੱਖੋ। ਜਿਹੜਾ ਸੰਸਾਰ ਦੇ ਰਸ ਕਸ਼ ਛੱਡਦਾ ਹੈ, ਉਹ ਰਸ ਛਾੜ ਤਾਂ ਇਹ ਰਸ ਆਵਾ। ਹਾਂ, ਜਦੋਂ ਪਰਮਾਤਮਾ ਦਾ ਰਸ ਆ ਜਾਂਦਾ ਹੈ, ਫਿਰ ਉਹਨਾਂ ਰਸਾਂ ਨੂੰ ਚਿੱਤ ਨਹੀਂ ਕਰਦਾ ਹੈ, ਵੱਖਰੀ ਗੱਲ। ਪਰ ਪਹਿਲਾਂ ਸੰਸਾਰਿਕ ਰਸ ਛੱਡਣੇ ਹਨ, ਸੁੱਖਾਂ ਦੇ ਰਸ। ਅਤੇ ਦੁੱਖ ਤਾਂ ਸਾਰੇ ਹੀ ਛੱਡਣਾ ਚਾਹੁੰਦੇ ਹਨ, ਸੁੱਖ ਕੋਈ ਨਹੀਂ ਛੱਡਣਾ ਚਾਹੁੰਦਾ। ਦਰਅਸਲ ਧਾਰਮਿਕ ਲੋਕ ਵੀ ਧਾਰਮਿਕ ਤਾਂ ਹੀ ਹੁੰਦੇ ਹਨ ਸੁੱਖਾਂ ਦੀ ਵਾਸ਼ਨਾ ਕਰਕੇ, ਵੀ ਗੁਰੂ ਕਿਰਪਾ ਕਰੇਗਾ ਕੋਈ ਦੁੱਖ ਨਹੀਂ ਮਿਲੇਗਾ। ਇਹੋ ਕਹਿੰਦੇ ਹਨ। ਪ੍ਰਚਾਰਕ ਵੀ ਇੱਦਾਂ ਹੀ ਪ੍ਰਚਾਰ ਕਰਦੇ ਹਨ। ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਪਾਈ। ਗੁਰੂ ਦੀ 4 ਸਵੇਰੇ ਕੰਧ ਹੋ ਜਾਂਦੀ ਹੈ, ਪਾਠ ਕਰੋਗੇ ਦੁੱਖ ਨਹੀਂ ਆਵੇਗਾ ਕੋਈ। ਪਾਠ ਕਰਿਆ ਕਰੋ। ਲੋਕ ਪਾਠ ਵੀ ਇਸੇ ਕਰਕੇ ਕਰਦੇ ਆ, ਦੁੱਖ ਨਾ ਆਵੇ। ਧਾਰਮਿਕ ਸਥਾਨਾਂ 'ਤੇ ਜਾਂਦੇ ਹਨ, ਮੱਥੇ ਟੇਕਦੇ ਹਨ, ਰਗੜਦੇ ਹਨ ਮੱਥਿਆਂ ਨੂੰ। ਕਿੰਨਾ ਕੁਝ ਨਹੀਂ ਕਰ ਰਹੇ ਹਨ, ਸਭ ਸੁੱਖਾਂ ਵਾਸਤੇ ਤੇ ਕਰ ਰਹੇ ਹਨ। ਅਤੇ ਜਿਹੜੇ ਧਾਰਮਿਕ ਲੋਕ ਗੁਰੂਆਂ ਕੋਲ, ਪੀਰਾਂ ਕੋਲ, ਪੈਗੰਬਰਾਂ ਕੋਲ ਜਾ ਰਹੇ ਹਨ, ਸਥਾਨਾਂ 'ਤੇ ਜਾ ਰਹੇ ਹਨ ਸੁੱਖਾਂ ਵਾਸਤੇ, ਉਹ ਧੰਦਾ ਕਰ ਰਹੇ ਹਨ। ਉਹਨੂੰ ਗੁਰੂ ਨਾਲ ਪ੍ਰੇਮ ਥੋੜ੍ਹੀ ਹੈ। ਉਹ ਤਾਂ ਕਹਿੰਦਾ ਹੈ ਗੁਰੂ ਕੋਲ ਜਾਓ ਸੁੱਖ ਮਿਲੇਗਾ। ਸੁੱਖ ਦੇ ਨਾਲ ਪ੍ਰੇਮ ਹੈ, ਸੁੱਖ ਦੀ ਵਾਸ਼ਨਾ ਹੈ ਨਾ। ਅਤੇ ਗੁਰੂ ਕਹਿ ਰਿਹਾ ਹੈ ਵੀ ਸੁੱਖ ਦੁੱਖ ਤੂੰ ਨਿਰਲੇਪ ਹੋਣਾ ਹੈ। ਅਤੇ ਸਾਰੀ ਹੀ ਦੁਨੀਆ ਸੁੱਖਾਂ ਦੇ ਪਿੱਛੇ ਪਈ ਹੋਈ ਹੈ। ਅਤੇ ਇਹੋ ਹੀ ਮੈਂ ਅਕਸਰ ਕਹਿੰਦਾ, ਹੁਣ ਸੰਸਾਰ 'ਚ ਜਿਹੜਾ ਚੰਗੀ ਤਰ੍ਹਾਂ ਸੁੱਖ ਭੋਗ ਲੈਂਦਾ ਹੈ, ਜਾਣ ਲੈਂਦਾ, ਉਹ ਸੁੱਖਾਂ ਦੀ ਵਾਸ਼ਨਾ ਤੋਂ ਮੁਕਤ ਹੋ ਜਾਂਦਾ ਹੈ। ਉਹਦੀ ਹੀ ਯਾਤਰਾ ਸ਼ੁਰੂ ਹੁੰਦੀ ਹੈ। ਉਹ ਫਿਰ ਸਾਰੀਆਂ ਸੁੱਖ ਸਹੂਲਤਾਂ, ਰਾਜ ਮਹਿਲ, ਦੇਖੋ ਸਭ ਕੁਝ ਛੱਡ ਕੇ ਜੰਗਲ ਨੂੰ ਤੁਰ ਪਏ। ਸੁੱਖਾਂ ਨੂੰ ਛੱਡ ਕੇ ਤੁਰੇ ਨਾ ਜੰਗਲ ਨੂੰ। ਫਿਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਅਗਰ ਅਧਿਆਤਮ ਦੀ ਯਾਤਰਾ ਸ਼ੁਰੂ ਕਰਨੀ ਹੈ, ਤਾਂ ਵੀ ਸੁੱਖ ਤੋਂ ਹੀ ਹੋਵੇਗੀ। ਪਰ ਜ਼ਿਆਦਾਤਰ ਲੋਕ ਜਦੋਂ ਦੁਖੀ ਹੁੰਦੇ ਹਨ ਤਾਂ ਰੱਬ ਨੂੰ ਯਾਦ ਕਰਦੇ ਹਨ। ਜਦੋਂ ਸੁਖੀ ਹੁੰਦਾ ਹੈ ਉਦੋਂ ਤਾਂ ਯਾਦ ਹੀ ਨਹੀਂ ਕਰਦਾ, ਸਭ ਕੁਝ ਭੁੱਲ ਜਾਂਦਾ। ਦੁੱਖ ਦੇ ਵਿੱਚ ਕਿਹਾ ਵੀ ਹੈ ਨਾ, ਦੁੱਖ ਮੈਂ ਸਿਮਰਨ ਸਭ ਕੋ ਕਰੇ, ਸੁਖ ਮੈਂ ਸਿਮਰਨ ਨਾ ਕਰੇ ਕੋਈ ਕਰੇ। ਜੋ ਸੁਖ ਮੈਂ ਸਿਮਰਨ ਕਰੇ, ਦੁੱਖ ਕਾਹੇ ਕੋ ਹੋਏ। ਸੁੱਖ ਤੋਂ
ਹਰਖ ਤੋਂ, ਖੁਸ਼ੀ ਤੋਂ ਯਾਤਰਾ ਸ਼ੁਰੂ ਹੋਵੇਗੀ। ਭਾਵ ਇਹ ਹੈ ਵੀ ਦੁੱਖ ਤੋਂ ਨਿਰਲੇਪ ਤੇ ਤੁਸੀਂ ਸਾਰੇ ਹੀ ਹੋਣਾ ਚਾਹੁੰਦੇ ਹੋ, ਗਮੀ ਤੋਂ ਜਾਂ ਸ਼ੋਕ ਤੋਂ। ਪਰ ਜਿਹੜੇ ਜਾਣਦੇ ਹਨ ਉਹ ਕਹਿੰਦੇ ਹਨ ਸੁੱਖ ਤੋਂ ਨਿਰਲੇਪ ਹੋ ਪਹਿਲਾਂ, ਖੁਸ਼ੀ ਤੋਂ। ਜਦੋਂ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਤਾਂ ਤੁਸੀਂ ਬੈਠ ਜਾਓ ਧਿਆਨ ਦੇ ਵਿੱਚ। ਇਹੋ ਹੀ ਮੈਂ ਅਕਸਰ ਕਹਿੰਦਾ ਹਾਂ। ਇੱਥੇ ਪੁੱਛ ਲੈਂਦੇ ਹਨ ਕਈ ਪ੍ਰੇਮੀ ਵੀ ਸਿਮਰਨ ਕਦੋਂ ਕਰੀਏ, ਧਿਆਨ ਕਦੋਂ ਕਰੀਏ। ਅਤੇ ਮੈਂ ਕਹਿੰਦਾ ਹੁੰਦਾ ਜਦੋਂ ਤੁਹਾਡਾ ਮਨ ਪ੍ਰਫੁੱਲਿਤ ਹੋਵੇ, ਖੁਸ਼ ਹੋਵੇ, ਉਦੋਂ ਕਰੋ। ਕਿਉਂਕਿ ਉਦੋਂ ਤੁਸੀਂ ਆਪਣੇ ਕੋਲ ਹੁੰਦੇ ਹੋ। ਖਿਆਲ ਵਿੱਚ ਰੱਖੋ, ਦੁੱਖ ਦੇ ਵਿੱਚ ਆਦਮੀ ਆਪਣੇ ਕੋਲ ਨਹੀਂ ਰਹਿਣਾ ਚਾਹੁੰਦਾ ਹੈ, ਪਰ ਮਜਬੂਰੀ ਦੇ ਨਾਲ ਕੋਲ ਰਹਿਣਾ ਪੈਂਦਾ ਹੈ। ਕਿਉਂਕਿ ਦੁੱਖ ਹੈ ਨਾ, ਦੁੱਖ ਦਾ ਕਰਕੇ ਆਪਣੇ ਆਪ ਨੂੰ ਯਾਦ ਕਰਨਾ ਪੈਂਦਾ। ਸਿਰ ਦਰਦ ਹੈ ਅਤੇ ਸਿਰ ਯਾਦ ਆਉਂਦਾ। ਪਰ ਖੁਸ਼ੀ ਦੇ ਵਿੱਚ ਸਹਿਜ ਸੁਭਾਅ ਹੀ ਆਦਮੀ ਆਪਣੇ ਕੋਲ ਹੁੰਦਾ ਹੈ। ਅਤੇ ਬਾਹਰ ਖੁਸ਼ੀ ਪ੍ਰਗਟ ਕਰਕੇ ਉਹ ਦੂਸਰਿਆਂ ਨੂੰ ਦਿਖਾਉਣ ਲੱਗ ਜਾਂਦਾ ਹੈ ਮੈਂ ਖੁਸ਼ ਹਾਂ। ਦੇਖੋ, ਇਹੋ ਹੀ ਫਰਕ ਹੈ ਸੰਸਾਰੀ ਦਾ ਅਤੇ ਅਧਿਆਤਮ ਪੁਰਸ਼ ਦਾ। ਸੰਸਾਰਿਕ ਵਿਅਕਤੀ ਸੁੱਖ ਨੂੰ ਬੜਾ ਹੀ ਪ੍ਰਗਟ ਕਰਦਾ ਹੈ, ਬਾਹਰ ਵਧਾ ਚੜਾ ਕੇ ਦਿਖਾਉਂਦਾ ਹੈ ਮੈਂ ਬੜਾ ਖੁਸ਼ ਹਾਂ, ਅਤੇ ਦੁਖੀ ਹੁੰਦਾ ਅਤੇ ਅੰਦਰ ਵੜ ਵੜ ਕੇ ਰੋਂਦਾ। ਪਰ ਪ੍ਰਭੂ ਦਾ ਪਿਆਰਾ ਉਸ ਅੰਦਰੂਨੀ ਖੁਸ਼ੀ ਨੂੰ ਬਾਹਰ ਪ੍ਰਗਟ ਨਹੀਂ ਕਰਦਾ ਹੈ, ਦਿਖਾਉਂਦਾ ਨਹੀਂ, ਕਿਉਂਕਿ ਉਹ ਨਿਰਲੇਪ ਹੁੰਦਾ ਹੈ ਨਾ। ਤਾਂ ਉਹਦਾ ਪਤਾ ਹੀ ਨਹੀਂ ਲੱਗਦਾ ਹੈ ਉਹ ਖੁਸ਼ ਹੈ ਜਾਂ ਉਦਾਸ ਹੈ, ਕਿਉਂਕਿ ਅੰਦਰ ਉਹ ਗਹਿਰ ਗੰਭੀਰ ਹੁੰਦਾ ਹੈ। ਪਰ ਸੰਸਾਰੀ ਆਦਮੀ ਦੀ ਖੁਸ਼ੀ ਗਮੀ ਤੁਸੀਂ ਦੂਰੋਂ ਹੀ ਦੇਖ ਸਕਦੇ। ਅਤੇ ਜਦੋਂ ਖੁਸ਼ੀ ਦਾ ਸਮਾਂ ਹੋਵੇ ਉਦੋਂ ਉਹਨੂੰ ਛੱਡ ਕੇ ਪ੍ਰਭੂ ਚਿੰਤਨ 'ਚ ਲੱਗ ਜਾਓ। ਜਦੋਂ ਮਨ ਖੁਸ਼ ਹੋਵੇ, ਕੋਈ ਪ੍ਰੋਗਰਾਮ ਖੁਸ਼ੀ ਦੇ ਹੋਣ, ਉਹ ਛੱਡੋ, ਖੁਸ਼ੀਆਂ ਨੂੰ ਛੱਡੋ, ਪ੍ਰਭੂ ਦੇ ਚਿੰਤਨ ਵਿੱਚ ਲਾ ਦਿਓ ਖੁਸ਼ੀਆਂ ਨੂੰ। ਮੈਂ ਕਹਿੰਦਾ ਤੁਸੀਂ ਅਗਰ ਵਾਸਤਵਿਕ ਪ੍ਰਭੂ ਦੇ ਪਿਆਰੇ ਬਣਨਾ ਹੈ ਨਾ, ਅਤੇ ਪ੍ਰਭੂ ਨੂੰ ਖੁਸ਼ੀਆਂ ਪਰ ਭੇਟ ਕਰ ਦਿਓ। ਆਮ ਸਧਾਰਨਤਾ ਹੈ ਲੋਕ ਦੁੱਖ ਭੇਟ ਕਰਦੇ ਹਨ ਗੁਰੂ ਨੂੰ। ਦੁਖੀ ਲੋਕ ਗੁਰੂਆਂ ਕੋਲ ਜਾ ਰਹੇ ਹਨ ਪਰੇਸ਼ਾਨ। ਨਹੀਂ, ਗੁਰੂ ਨੂੰ ਖੁਸ਼ੀਆਂ ਭੇਟ ਕਰੋ। ਅਤੇ ਜਦੋਂ ਖੁਸ਼ੀ ਹੋਵੇ ਤਾਂ ਉਦੋਂ ਬੈਠ ਕੇ ਗੁਰੂ ਦਾ ਚਿੰਤਨ ਕਰੋ, ਗੁਰੂ ਦੇ ਉਪਦੇਸ਼ ਦਾ ਚਿੰਤਨ ਕਰੋ। ਜਦੋਂ ਸੁੱਖ ਹੋਵੇ ਉਦੋਂ ਉਹਦੀ ਰਜਾ ਦੇ ਵਿੱਚ ਅੰਦਰ ਬੈਠੋ। ਅਤੇ ਸੁੱਖ ਦੇ ਵਿੱਚ ਅੰਦਰ ਬੈਠਣਾ ਵੀ ਸਿਖਾਲਾ ਹੈ। ਦੁੱਖ ਦੇ ਵਿੱਚ ਤਾਂ ਤੁਹਾਡੇ ਕੋਲ ਬੈਠ ਹੀ ਨਹੀਂ ਹੁੰਦਾ, ਕਿਸੇ ਕੋਲ ਵੀ ਨਹੀਂ ਬੈਠ ਹੁੰਦਾ ਹੈ ਦੁੱਖ ਦੇ ਵਿੱਚ। ਪਰ ਸੁੱਖ ਦੇ ਵਿੱਚ ਤਾਂ ਤੁਸੀਂ ਕਹਿੰਦੇ ਹੋ ਨਾ ਮਨ ਢਹਿੰਦੀਆਂ ਕਲਾਂ ਦੇ ਵਿੱਚ ਚਲੇ ਜਾਂਦਾ ਹੈ। ਤੁਹਾਡੇ ਸਵਾਲ ਤੋਂ ਹੀ ਉਹ ਖਿਆਲ ਆ ਰਿਹਾ ਹੈ ਵੀ ਤੁਸੀਂ ਸੁੱਖ ਚਾਹੁੰਦੇ, ਚੜ੍ਹਦੀ ਕਲਾ ਚਾਹੁੰਦੇ ਹੋ। ਸੁੱਖ ਨਹੀਂ ਲੋਕ ਚੜ੍ਹਦੀ ਕਲਾ ਕਹਿੰਦੇ ਹਨ ਨਾ। ਸੁੱਖ ਦੀ ਵਾਸ਼ਨਾ ਛੱਡੋ, ਚੜ੍ਹਦੀ ਕਲਾ ਦੀ ਵੀ ਵਾਸ਼ਨਾ ਛੱਡੋ। ਜੋ ਵੀ ਕਲਾ ਆ ਰਹੀ ਹੈ, ਢਹਿੰਦੀ ਕਲਾ ਕੀ ਮਾੜੀ ਹੈ, ਉਹ ਵੀ ਰੱਬ ਦੀ ਦਿੱਤੀ ਹੋਈ, ਉਹਨੂੰ ਵੀ ਆਉਣ ਦਿਓ। ਅਤੇ ਸੁੱਖ ਦੁੱਖ ਤੋਂ ਤੁਸੀਂ ਅਗਰ ਪਾਰ ਹੋਣਾ ਹੈ ਨਾ, ਤਾਂ ਪਾਰ ਹੋ ਕੇ ਹੀ ਤੁਸੀਂ ਜਾਣ ਸਕਦੇ ਹੋ ਇਹ ਸਾਮਾਂ ਹਨ। ਖਿਆਲ ਵਿੱਚ ਰੱਖਿਓ, ਉੱਦਾਂ ਬਾਹਰੋਂ ਤੁਸੀਂ ਸਾਮ ਨਹੀਂ ਕਰ ਸਕਦੇ ਇਹਨਾਂ ਮਨ ਕਰਕੇ। ਬਹੁਤ ਲੋਕ ਕੋਸ਼ਿਸ਼ ਕਰਦੇ ਹਨ ਦੁੱਖ ਵਿੱਚ ਬਾਹਰੋਂ ਹੱਸਣ ਦੀ, ਦਿਖਾਉਣ ਦੀ, ਪਰ ਸਿਰਫ ਬਨਾਵਟੀ ਹੁੰਦਾ ਹੈ। ਦੁੱਖ ਅੰਦਰ ਮੌਜੂਦ ਰਹਿੰਦਾ ਹੈ। ਬਾਹਰੋਂ ਲੋਕ ਮੁਸਕਰਾਉਂਦੇ ਰਹਿੰਦੇ ਹਨ, ਪਰ ਅੰਦਰ ਉਹਨਾਂ ਦੇ ਉਹ ਪੀੜਾ ਬਣੀ ਰਹਿੰਦੀ। ਦਿਖਾਵਾ ਚੱਲਦਾ ਹੈ ਸੰਸਾਰ ਵਿੱਚ। ਫਿਰ ਖਿਆਲ ਵਿੱਚ ਰੱਖੋ ਸੁੱਖ ਦਾ ਤਿਆਗ ਹੀ ਸੰਸਾਰ ਦਾ ਤਿਆਗ। ਅਤੇ ਜੇ ਤੁਸੀਂ ਸੁੱਖ ਖੁਸ਼ੀਆਂ ਤਿਆਗੋਗੇ ਨਾ, ਤਾਂ ਸੰਸਾਰਿਕ ਲੋਕ ਤਾਂ ਸਮਝਾਉਣਗੇ ਹੀ ਤੁਹਾਨੂੰ ਵੀ ਤੁਸੀਂ ਗਲਤ ਕਰ ਰਹੇ ਹੋ। ਧਾਰਮਿਕ ਲੋਕ ਵੀ ਕਹਿਣਗੇ ਹੀ ਐਸਾ ਵੀ ਗੁਰੂ ਸਾਹਿਬ ਜੀ ਨੇ ਕਿੱਥੇ ਕਿਹਾ। ਉਹਨਾਂ ਨੇ ਕਿਹਾ ਹੈ ਹੱਸਣਦਿਆਂ ਖੇਲਣਦਿਆਂ ਪਹਿਨਦਿਆਂ ਵਿੱਚੇ ਹੋਵੇ ਮੁਕਤ। ਉਹ ਕਹਿਣਗੇ ਉਦਾਸ ਹੋ ਕੇ ਤੁਸੀਂ ਕਿਉਂ ਬੈਠ ਗਏ ਹੋ। ਪਰ ਜਿਹੜਾ ਖੁਸ਼ੀਆਂ ਵੱਲੋਂ, ਸੁੱਖਾਂ ਵੱਲੋਂ ਉਦਾਸ ਹੋ ਗਿਆ ਨਾ, ਉਹਨੇ ਸਮਝ ਲਓ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ।
ਕਹੋ ਨਾਨਕ ਸੁਨ ਰੇ ਮਨ, ਤਿਹ ਘਟ ਬ੍ਰਹਮ ਨਿਵਾਸ। ਤੇ ਸੰਸਾਰਿਕ ਸੁੱਖਾਂ ਦੇ ਕਰਕੇ ਹੀ ਆਦਮੀ ਸੰਸਾਰ 'ਚ ਫਸਦਾ। ਤੇ ਸੰਸਾਰਿਕ ਸੁੱਖ ਪਹਿਲਾਂ ਸੁੱਖ ਲੱਗਦੇ ਹਨ, ਅੰਦਰ ਇਹਨਾਂ ਦੇ ਜ਼ਹਿਰ ਹੈ। ਇਸੇ ਕਰਕੇ ਇਹਨਾਂ ਨੂੰ ਤਿਆਗਣ ਨੂੰ ਕਿਹਾ ਹੈ ਨਾ, ਜਹ ਵਿਖਿਆ ਸਗਲੇ ਤਜੀ, ਲਿਓ ਭੇਖ ਬੈਰਾਗ। ਕਹੋ ਨਾਨਕ ਸੁਨ ਰੇ ਮਨ, ਤਿਹ ਨਰ ਮਾਥੇ ਪਾਗ। ਇਹ ਵਿਸ ਗੰਦਲਾਂ ਤਰੀਆਂ ਖੰਡ ਲਵਾੜ, ਇਹ ਉੱਪਰ ਸੁੱਖ ਹਨ, ਵਿੱਚ ਇਹਨਾਂ ਦੇ ਜ਼ਹਿਰ ਹੈ। ਇਸੇ ਕਰਕੇ ਕਿਹਾ ਹੈ ਨਾ ਵੀ ਸੁੱਖ ਭੋਗੋਗੇ ਤੇ ਦੁੱਖ ਵੱਧਦੇ ਜਾਣਗੇ, ਜ਼ਹਿਰ ਵੱਧਦੀ ਜਾਵੇਗੀ। ਮਾਇਆ ਦੀ ਇਹੋ ਤੇ ਤਰਕੀਬ ਹੈ ਸੰਸਾਰ ਵਿੱਚ ਫਸਾਉਣ ਦੀ। ਉਹ ਉੱਪਰੋਂ ਸੁੱਖ ਦਿਖਾ ਕੇ, ਵਧੀਆ ਚੰਗਾ ਸ੍ਰੇਸ਼ਟ ਦਿਖਾ ਕੇ ਵਿੱਚ ਫਸਾਉਂਦੀ ਹੈ, ਸੁੰਦਰ ਸੁੱਖਾਂ ਦੇ ਪ੍ਰਲੋਭਨ ਦਿੰਦੀ ਹੈ। ਤੇ ਜਿਹੜਾ ਪ੍ਰਭਾਵਿਤ ਨਹੀਂ ਹੁੰਦਾ ਹੈ ਸੁੰਦਰ ਸੁੱਖ ਦੇਖ ਕੇ ਬਾਹਰ ਸੰਸਾਰ ਦੇ, ਉਹਨਾਂ ਨੂੰ ਤਿਆਗ ਦਿੰਦਾ ਹੈ, ਉਹ ਹੀ ਮਾਇਆ ਦਾ ਤਿਆਗੀ ਹੈ। ਮਾਇਆ ਮਮਤਾ ਤਜੀ, ਲਿਓ ਭੇਖ ਬੈਰਾਗ। ਪਰ ਇਹਨੂੰ ਲੋਕ ਨਹੀਂ ਠੀਕ ਸਮਝਣਗੇ, ਧਾਰਮਿਕ ਲੋਕ ਵੀ ਨਹੀਂ ਠੀਕ ਸਮਝਣਗੇ। ਉਹ ਕਹਿਣਗੇ ਗੁਰਮੁਖ ਤੇ ਸਦਾ ਖੁਸ਼ ਰਹਿੰਦਾ, ਤੁਸੀਂ ਉਦਾਸ ਹੋ ਕੇ ਬੈਠੇ ਹੋ। ਇਹ ਸਾਰਿਆਂ ਨੂੰ ਕਿਹਾ ਹੈ ਇੱਦਾਂ, ਬਾਬੇ ਨਾਨਕ ਨੂੰ ਵੀ ਇੱਦਾਂ ਹੀ ਕਿਹਾ ਹੋਗੇ ਲੋਕਾਂ ਨੇ, ਬਾਹਰੋਂ ਜੜ੍ਹਾਂ 'ਚ ਬੈਠੇ ਉਦਾਸ ਹੋ ਕੇ ਬੈਠੇ। ਤੇ ਸੰਸਾਰ 'ਚ ਮਜ਼ੇ ਕਰੋ, ਨੱਚੋ ਗਾਓ, ਪੁੜਕੋ ਟੱਪੋ, ਸੁੱਖ ਭੋਗੋ। ਤੇ ਜਿਹੜੇ ਸੁੱਖ ਭੋਗਣ ਵਾਲੇ ਹਨ ਉਹ ਕਿੱਥੇ ਜਾਂਦੇ ਹਨ? ਨਰਕਾਂ ਵੱਲ। ਤੇ ਜਦੋਂ ਕੋਈ ਸੰਸਾਰਿਕ ਸੁੱਖ ਛੱਡੇਗਾ ਤਾਂ ਪਹਿਲੇ ਉਦਾਸੀ ਆਵੇਗੀ। ਵੈਰਾਗ ਦੇ ਕਿਹਾ ਹੈ, ਸੰਸਾਰਿਕ ਰਸ ਖਸ ਜਿਹੜਾ ਛੱਡੇਗਾ ਉਹੀ ਪਰਮਾਰਥਿਕ ਰਸ ਵੱਲ ਜਾਵੇਗਾ ਨਾ। ਤੇ ਜਿਹੜਾ ਸੰਸਾਰਿਕ ਰਸਾਂ ਦੇ ਵਿੱਚ ਫਸਿਆ ਹੋਇਆ ਹੈ, ਸੰਸਾਰਿਕ ਸੁੱਖ ਚਾਹੁੰਦਾ ਹੈ, ਉਹ ਕਿਵੇਂ ਜਾਵੇਗਾ? ਤੇ ਸੰਸਾਰਿਕ ਰਸ ਖਾ ਛੱਡੋ, ਸੰਸਾਰਿਕ ਸੁੱਖ ਛੱਡੋ, ਸੰਸਾਰਿਕ ਖੁਸ਼ੀ ਵਿੱਚ ਪ੍ਰਭੂ ਦਾ ਚਿੰਤਨ ਕਰੋ।